ਨੌਵੇਂ ਮਹੱਲੇ ਦੇ ਸ਼ਲੋਕ ਦੀ ਅਸੀਂ ਤੁਹਾਡੇ ਨਾਲ ਪਿਛਲੇ ਕੁਝ ਸਮੇਂ ਤੋਂ ਸਾਂਝ ਪਾ ਰਹੇ ਹਾਂ ਜੀ, ਜਿਸ ਵਿੱਚ ਕਿ ਭਾਈ ਸਾਹਿਬ ਭਾਈ ਬਲਜੀਤ ਸਿੰਘ ਤਲਵੰਦ ਆ ਕੇ ਸਾਂਝ ਪਾਇਆ ਕਰਦੇ ਨੇ। ਧੰਨਵਾਦੀ ਉਹਨਾਂ ਦੇ ਕਿ ਉਹ ਸਮਾਂ ਕੱਢ ਕੇ ਸਾਡੇ ਕੋਲ ਆਉਂਦੇ ਨੇ ਤੇ ਸਾਂਝ ਪਾਇਆ ਕਰਦੇ ਨੇ। ਆਓ ਅੱਜ 47ਵੇਂ ਸ਼ਲੋਕ ਵਿੱਚ ਗੁਰੂ ਸਾਹਿਬ ਕੀ ਉਪਦੇਸ਼ ਕਰਨ ਨੇ ਭਾਈ ਸਾਹਿਬ ਜੀ ਦੀ ਜ਼ੁਬਾਨੀ ਸਰਵਣ ਕਰਦੇ ਹਾਂ। ਜੀ ਆਨੂ ਜੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਜੀ ਭਾਈ ਸਾਹਿਬ, 47ਵੇਂ ਸ਼ਲੋਕ ਵਿੱਚ ਕੀ ਕਹਿ ਰਹੇ ਨੇ ਗੁਰੂ ਸਾਹਿਬ? ਜਦੋਂ ਆਪਾਂ ਆਪਣੇ ਜੀਵਨ ਵੱਲ ਝਾਤ ਮਾਰਦੇ ਹਾਂ ਤੇ ਸਾਨੂੰ ਨਜ਼ਰ ਆਉਂਦਾ ਹੈ ਕਿ ਸਾਡੇ ਜੀਵਨ ਦਾ ਆਖਰੀ ਪੜਾਅ ਬੁਢਾਪਾ ਹੈ ਜੀ। ਤੇ ਹਰ ਇੱਕ ਮਨੁੱਖ ਚਾਹੁੰਦਾ ਹੈ ਕਿ ਮੇਰੇ ਜੀਵਨ ਵਿੱਚ ਬੁਢਾਪਾ ਨਾ ਆਵੇ, ਠੀਕ, ਕਿ ਮੈਂ ਹਮੇਸ਼ਾ ਤੰਦਰੁਸਤ ਰਵਾਂ, ਮੈਂ ਹਮੇਸ਼ਾ ਜਵਾਨ ਰਵਾਂ, ਬੁਢਾਪਾ ਨਹੀਂ ਹੋਣਾ ਚਾਹੀਦਾ। ਤੇ ਗੁਰੂ ਸਾਹਿਬ ਸਮਝਾਉਂਦੇ ਨੇ, ਕਹਿੰਦੇ ਮਨੁੱਖ ਦੇ ਜੀਵਨ ਦਾ ਆਖਰੀ ਪੜਾਅ ਹੈ, ਪਹਿਲਾਂ ਬਚਪਨ ਹੈ ਜੀ, ਬਚਪਨ ਤੋਂ ਬਾਅਦ ਜਵਾਨੀ ਹੈ, ਜਵਾਨੀ ਤੋਂ ਬਾਅਦ ਬੁਢਾਪਾ ਹੈ ਤੇ ਬੁਢਾਪੇ ਤੋਂ ਬਾਅਦ ਕੁਝ ਵੀ ਨਹੀਂ ਹੈ। ਠੀਕ। ਤੇ ਗੁਰੂ ਸਾਹਿਬ ਸਾਨੂੰ ਸੋਝੀ ਦਿੰਦੇ ਨੇ, ਕਹਿੰਦੇ ਮਨੁੱਖ ਯਤਨ ਬਹੁਤ ਕਰਦਾ ਹੈ ਕਿ ਮੈਂ ਬੁੱਢਾ ਨਾ ਹੋਵਾਂ, ਪਰ ਉਹ ਐਸਾ ਹੋ ਨਹੀਂ ਪਾਉਂਦਾ ਜੀ। ਤੇ ਫਿਰ ਇਹ ਜਿਹੜਾ ਬੁਢਾਪਾ ਹੈ ਬੰਦੇ ਨੂੰ ਜਿੱਤ ਲੈਂਦਾ ਹੈ ਤੇ ਜਵਾਨੀ ਇਹਦੇ ਅੱਗੇ ਹਾਰ ਜਾਂਦੀ। ਠੀਕ। ਆਪਾਂ ਪਿਛਲੇ ਸ਼ਲੋਕਾਂ ਅੰਦਰ ਵਿਚਾਰਿਆ ਕਿ ਤਰਨਾਪੋ ਇਉਂ ਹੀ ਗਿਓ, ਜਵਾਨੀ ਐਵੇਂ ਗਈ, ਲਿਓ ਜਰਾ ਤਨ ਜੀਤ, ਬੁਢਾਪੇ ਨੇ ਬੰਦੇ ਦੇ ਤਨ ਨੂੰ ਜਿੱਤ ਲਿਆ। ਠੀਕ। ਤੇ ਇਸ ਸ਼ਲੋਕ ਅੰਦਰ ਜਿਹਦੀ ਵਿਚਾਰ ਅੱਜ ਆਪਾਂ ਕਰ ਰਹੇ ਹਾਂ, ਇਹਦੇ ਅੰਦਰ ਗੁਰੂ ਤੇਗ ਬਹਾਦਰ ਸਾਹਿਬ ਸਮਝਾ ਰਹੇ ਨੇ, ਕਹਿੰਦੇ ਜਦੋਂ ਮਨੁੱਖ ਦੇ ਤਨ ਤੇ ਬੁਢਾਪਾ ਆ ਜਾਂਦਾ ਤੇ ਮਨੁੱਖ ਦੇ ਕੋਲੋਂ ਫਿਰ ਆਪਣਾ ਆਪ ਸੰਭਾਲਣਾ ਔਖਾ ਹੋ ਜਾਂਦਾ ਜੀ। ਤੇ ਫਿਰ ਕੀ ਹੁੰਦਾ ਹੈ, ਕਹਿੰਦੇ ਸਿਰ ਕੰਪਿਓ ਪੱਗ ਡਗਮਗੇ, ਫਿਰ ਸਿਰ ਕੰਬਣ ਲੱਗ ਪਿਆ, ਪੈਰ ਜਿਹੜੇ ਹੁਣ ਡੋਲਣ ਲੱਗ ਪਏ, ਡਗਮਗਾਉਣ ਲੱਗ ਪਏ, ਤੇ ਫਿਰ ਅੱਖਾਂ ਜਿਹੜੀਆਂ ਸਨ ਉਹ ਜਵਾਬ ਦੇ ਗਈਆਂ, ਹੁਣ ਦਿਖਾਈ ਦੇਣੋਂ ਘਟ ਗਿਆ, ਹੁਣ ਨਿਗਾਹ ਘਟ ਗਈ, ਕਮਜ਼ੋਰ ਹੋ ਗਈ, ਦਿਸਦਾ ਵੀ ਨਹੀਂ, ਸੁਣਦਾ ਵੀ ਨਹੀਂ, ਤੇ ਹੁਣ ਜੋ ਬੋਲਦਾ ਹੈ ਇਹ ਵੀ ਸਮਝ ਨਹੀਂ ਆਉਂਦਾ, ਚੱਲਿਆ ਵੀ ਨਹੀਂ ਜਾਂਦਾ। ਇਸ ਬਾਬਤ ਭਗਤ ਸਾਹਿਬਾਨ ਬੜਾ ਪਿਆਰਾ ਬਚਨ ਕਰਦੇ ਨੇ, ਕਹਿੰਦੇ ਨੈਣੋ ਨੀਰ ਬਹਿ ਤਨ ਖੀਨਾ, ਭੈ ਕੇਸ ਦੁੱਧਵਾਨੀ, ਅੱਖਾਂ ਵਿੱਚੋਂ ਪਾਣੀ ਬਹਿੰਦਾ, ਸਰੀਰ ਕਮਜ਼ੋਰ ਹੋ ਗਿਆ, ਬਾਲ ਜਿਹੜੇ ਦੁੱਧ ਵਰਗੇ ਚਿੱਟੇ ਹੋ ਗਏ, ਰੂਹ ਦਾ ਕੰਠ ਗਲਾ ਰੁਕ ਗਿਆ, ਰੂਹ ਦਾ ਕੰਠ ਸ਼ਬਦ ਨਹੀਂ ਉਚਰਿਆ, ਹੁਣ ਸ਼ਬਦ ਨਹੀਂ ਨਿਕਲਦਾ, ਤਬ ਕਿਆ ਕਰੇ ਪ੍ਰਾਨੀ। ਫਿਰ ਕਹਿੰਦੇ ਫਿਰ ਕੀ ਕਰੇਗਾ ਜਦੋਂ ਬੰਦੇ ਦੀ ਹਾਲਤ ਆ ਹੋ ਜਾਏਗੀ। ਗੁਰੂ ਸਾਹਿਬ ਸਮਝਾਉਂਦੇ ਨੇ, ਕਹਿੰਦੇ ਸਿਰ ਕੰਪਿਓ ਪੱਗ ਡਗਮਗੇ, ਨੈਣ ਜੋਤ ਤੇ ਹੀਨ, ਕਹੋ ਨਾਨਕ ਇਹ ਵਿਦ ਪਈ ਤਉ ਨਾ ਹਰ ਰਸਲੀਨ। ਕਹਿੰਦੇ ਮਨੁੱਖ ਦੀ ਹਾਲਤ ਇਹ ਹੋ ਗਈ ਕਿ ਹੁਣ ਚੱਲਿਆ ਨਹੀਂ ਜਾਂਦਾ, ਸੁਣਦਾ ਨਹੀਂ, ਦਿਸਦਾ ਨਹੀਂ, ਪਰ ਹਜੇ ਤੱਕ ਵੀ ਇਹ ਮਨੁੱਖ ਪ੍ਰਮਾਤਮਾ ਦੇ ਨਾਮ ਵਾਲੇ ਪਾਸੇ ਨਹੀਂ ਜੁੜਿਆ, ਹਜੇ ਵੀ ਤੱਕ ਵੀ ਉਹਦੀ ਬੰਦਗੀ ਵਾਲੇ ਪਾਸੇ ਨਹੀਂ ਜੁੜਿਆ, ਸਿਰਫ ਰਸਾਂ ਕਸਾਂ ਦੇ ਵਿੱਚ ਹਜੇ ਤਨ ਬੁੱਢਾ ਹੋ ਗਿਆ ਪਰ ਮਨ ਬੁੱਢਾ ਨਹੀਂ ਹੋਇਆ, ਮਨ ਉਸੇ ਤਰ੍ਹਾਂ ਉਡਾਰੀਆਂ ਮਾਰਦਾ ਫਿਰਦਾ। ਸਤਿਗੁਰੂ ਸਮਝਾਉਂਦੇ, ਕਹਿੰਦੇ ਇਹ ਜਿਸ ਸੰਸਾਰ ਨੂੰ ਸੱਚ ਸਮਝੀ ਬੈਠਾ ਹੈ, ਅਸਲ ਵਿੱਚ ਇਹ ਸੱਚ ਨਹੀਂ, ਕਿਉਂਕਿ ਮਨੁੱਖ ਸਮਝਦਾ ਹੈ ਕਿ ਸ਼ਾਇਦ ਇਹੀ ਮੇਰਾ ਸਭ ਕੁਝ ਹੈ, ਇਹੀ ਸਾਰਾ ਕੁਝ ਹੈ। ਤੇ ਸਤਿਗੁਰੂ ਸਮਝਾਉਂਦੇ ਨੇ, ਕਹਿੰਦੇ ਭਾਈ ਇਸ ਗੱਲ ਨੂੰ ਸਮਝ ਲੈ, ਨਿਜ ਘਰ ਦੇਖਿਓ ਜਗਤ ਮੈਂ। ਇਸ ਸੰਸਾਰ ਅੰਦਰ ਸਤਿਗੁਰੂ ਕਹਿੰਦੇ ਅਸੀਂ ਦੇਖਿਆ ਨਿੱਜੀ ਤੌਰ ਤੇ ਜੀ, ਅਸੀਂ ਚੰਗੀ ਤਰ੍ਹਾਂ ਇਸ ਗੱਲ ਨੂੰ ਘੋਖਿਆ, ਵਿਚਾਰਿਆ, ਕੋ ਕਾਹੂ ਕੋ ਨਾ ਹੈ, ਇੱਥੇ ਕੋਈ ਵੀ ਕਿਸੇ ਦਾ ਨਹੀਂ ਹੈ, ਸਾਰੇ ਉਦੋਂ ਤੱਕ ਹੀ ਸਾਡੇ ਮਿੱਤਰ ਨੇ ਜਦੋਂ ਤੱਕ ਸਾਡੇ ਕੋਲ ਕੁਝ ਹੈ ਜੀ, ਜਦੋਂ ਤੱਕ ਸਾਡੇ ਸਰੀਰ ਅੰਦਰ ਸਵਾਸ ਹੈ ਉਦੋਂ ਤੱਕ ਸਾਡੇ ਸਰੀਰ ਦੇ ਸਾਥੀ ਨੇ, ਜਦੋਂ ਤੱਕ ਸਾਡੇ ਕੋਲ 4 ਪੈਸੇ ਨੇ ਉਦੋਂ ਤੱਕ ਸਾਡੀ ਦੁਨੀਆ ਦੇ ਨਾਲ ਬਣੀ ਹੋਈ ਹੈ, ਜਿਸ ਦਿਨ ਸਾਡੇ ਕੋਲ ਕੁਝ ਵੀ ਨਹੀਂ ਉਦੋਂ ਕੁਝ ਵੀ, ਕਿਸੇ ਨਾਲ ਸਾਡੀ ਕੋਈ ਸਾਂਝ ਨਹੀਂ। ਤੇ ਗੁਰੂ ਸਾਹਿਬ ਇਸੇ ਕਰਕੇ ਸਮਝਾਉਂਦੇ ਨੇ, ਕਹਿੰਦੇ ਨਿਜ ਘਰ ਦੇਖਿਓ ਜਗਤ ਮੈਂ, ਕੋ ਕਾਹੂ ਕੋ ਨਾ ਹੈ, ਨਾਨਕ ਥਿਰ ਹਰ ਭਗਤ ਹੈ ਤੇ ਰਾਖੋ ਮਨ ਮਾਹੇ। ਵੀ ਪ੍ਰਮਾਤਮਾ ਦੀ ਭਗਤੀ ਅਸਲ ਵਿੱਚ ਸਥਿਰ ਹੈ, ਉਸ ਨੂੰ ਆਪਣੇ ਮਨ ਵਿੱਚ ਰੱਖਣਾ ਚਾਹੀਦਾ ਹੈ, ਉਸ ਨੂੰ ਆਪਣੇ ਮਨ ਵਿੱਚ ਵਸਾਉਣਾ ਚਾਹੀਦਾ ਹੈ। ਮਨੁੱਖ ਨੇ ਜਵਾਨੀ ਆਪਣੀ ਲੰਘਾ ਦਿੱਤੀ, ਬੁਢਾਪਾ ਆ ਗਿਆ, ਪਰ ਹਜੇ ਵੀ ਇਹ ਉਸ ਪ੍ਰਮਾਤਮਾ ਦੇ ਨਾਮ ਨੂੰ ਆਪਣੇ ਅੰਦਰ ਨਹੀਂ ਵਸਾਉਂਦਾ, ਉਹਦੇ ਗੁਣਾਂ ਨੂੰ ਆਪਣੇ ਜੀਵਨ ਵਿੱਚ ਧਾਰਨ ਨਹੀਂ ਕਰਦਾ, ਤੇ ਇਹ ਮਨੁੱਖ ਇੱਕ ਆਪਣਾ ਵੱਖਰਾ ਹੀ ਸੰਸਾਰ ਬਣਾ ਕੇ ਬੈਠਾ ਜੀ। ਤੇ ਅਸਲ ਵਿੱਚ ਇਹਦਾ ਇਹ ਸੰਸਾਰ ਝੂਠ ਹੈ। ਅਸਲ ਵਿੱਚ ਜਦੋਂ ਆਪਾਂ ਸਮਝਦੇ ਹਾਂ ਨਾ, ਸੰਸਾਰ, ਇਹ ਸੰਸਾਰ ਜਿਹੜਾ ਸਾਨੂੰ ਦਿਸਦਾ ਇਹ ਇੱਕ ਅਲੱਗ ਸੰਸਾਰ ਹੈ, ਹਰ ਇੱਕ ਮਨੁੱਖ ਦਾ ਇੱਕ ਵੱਖਰਾ ਵੱਖਰਾ ਸੰਸਾਰ ਹੈ। ਠੀਕ। ਅਸੀਂ ਆਪਣੇ ਖਿਆਲਾਂ ਦਾ ਹੀ, ਆਪਣੇ ਵਿਚਾਰਾਂ ਦਾ ਇੱਕ ਅਲੱਗ ਜੀਵਨ ਜਿਉਂਦੇ, ਇੱਕ ਅਲੱਗ ਸੰਸਾਰ ਹੈ ਸਾਡਾ, ਤੇ ਉਹ ਸੰਸਾਰ ਸਾਡੇ ਨਾਲ ਹੀ ਖਤਮ ਹੋ ਜਾਂਦਾ ਜੀ, ਉਹ ਸੰਸਾਰ ਸਾਡੇ ਨਾਲ ਹੀ ਮੁੱਕ ਜਾਂਦਾ ਹੈ। ਇਹ ਸੰਸਾਰ ਜਿਹੜਾ ਅਸੀਂ ਦੇਖਦੇ ਹਾਂ ਸਮਾਜ, ਇਹ ਜਦੋਂ ਅਸੀਂ ਨਹੀਂ ਸੀ ਜਨਮੇ ਉਦੋਂ ਵੀ ਸੀ, ਜਦੋਂ ਅਸੀਂ ਖਤਮ ਹੋ ਜਾਵਾਂਗੇ ਇਹ ਉਦੋਂ ਵੀ ਹੋਵੇਗਾ। ਪਰ ਜਿਸ ਸੰਸਾਰ ਦੀ ਗੱਲ, ਜਗ ਦੀ ਰਚਨਾ ਦਾ ਜ਼ਿਕਰ ਸਤਿਗੁਰੂ ਕਰਦੇ ਨੇ, ਉਹ ਸਾਡੇ ਆਪਣੇ ਬਣਾਏ ਹੋਏ ਸੰਸਾਰ ਦਾ ਜ਼ਿਕਰ ਹੈ, ਕਿ ਇਹ ਜਿਸ ਨੂੰ ਤੂੰ ਸੱਚ ਜਾਣਦਾ ਹੈ, ਜਿਸ ਨੂੰ ਤੂੰ ਖਿਆਲਾਂ ਦਾ ਸੰਸਾਰ ਬਣਾਇਆ, ਇਹ ਸੱਚ ਨਹੀਂ, ਜਿਹਦੇ ਅੰਦਰ ਮੈਂ ਵਿਕਾਰ ਕਮਾ ਰਿਹਾ ਵਾਂ, ਮਾੜੇ ਕਰਮ ਕਰ ਰਿਹਾ, ਇੱਕ ਅਲੱਗ ਜੀਵਨ ਜਿਹੜਾ ਦੁਨੀਆ ਤੋਂ ਲੁਕਿਆ ਹੋਇਆ ਜੀ। ਗੁਰੂ ਸਾਹਿਬ ਸਮਝਾਉਂਦੇ, ਕਹਿੰਦੇ ਇਸ ਗੱਲ ਨੂੰ ਸਮਝ ਕਿ ਜਗ ਰਚਨਾ ਸਭ ਝੂਠ ਹੈ, ਇਹ ਜਗਤ ਦੀ ਰਚਨਾ ਜਿਹੜੀ ਤੂੰ ਆਪ ਬਣਾਈ ਹੈ ਜੀ, ਜਿਹੜੀ ਤੂੰ ਆਪ ਰਚੀ ਹੈ,
ਜਾਣ ਲਿਓ ਰੇ ਮੀਤ, ਇਸ ਗੱਲ ਨੂੰ ਹੇ ਮਿੱਤਰ ਜਾਣ ਲੈ, ਸਮਝ ਲੈ ਕਿ ਇਹ ਝੂਠੀ ਹੈ, ਇਹ ਝੂਠੀ ਰਚਨਾ ਜਿਹੜੀ ਤੂੰ ਰਚ ਰਿਹਾ ਹੈ ਜੀ, ਤੇ ਜਿਹੜੀ ਵਾਹਿਗੁਰੂ ਦੀ ਰਚਨਾ ਉਹ ਤੇ ਸੱਚੀ ਹੈ। ਕਹਿ ਨਾਨਕ ਥਿਰ ਨਾ ਰਹੇ, ਤੇ ਇਸ ਗੱਲ ਨੂੰ ਸਮਝ ਲੈ ਕਿ ਇਹ ਸਥਿਰ ਨਹੀਂ ਰਹੇਗੀ, ਇਹ ਹਮੇਸ਼ਾ ਨਹੀਂ ਰਹੇਗਾ। ਜਿਵੇਂ ਬਾਲੂ ਕੀ ਭੀਤ, ਬਾਲੂ ਕਹਿੰਦੇ ਨੇ ਰੇਤ, ਜਿਵੇਂ ਰੇਤ ਦੀ ਦੀਵਾਰ ਕਦੇ ਖੜੀ ਨਹੀਂ ਰਹਿ ਸਕਦੀ, ਇਸੇ ਤਰ੍ਹਾਂ ਇਹ ਜਿਹੜੀ ਤੂੰ ਰਚਨਾ ਸੱਚ ਸਮਝੀ ਬੈਠਾ ਹੈ ਇਹ ਹਮੇਸ਼ਾ ਰਹਿਣ ਵਾਲੀ ਨਹੀਂ। ਤੇ ਗੁਰੂ ਸਾਹਿਬ ਕਹਿੰਦੇ ਜੇ ਤੈਨੂੰ ਇਸ ਮੇਰੀ ਹਾਲੇ ਵੀ ਇਸ ਗੱਲ ਦਾ ਯਕੀਨ ਨਹੀਂ ਤਾਂ ਫਿਰ ਤੂੰ ਆਪਣੇ ਪਿਛੋਕੜ ਨੂੰ ਦੇਖ, ਤੂੰ ਪਿਛਾਂ ਝਾਤ ਮਾਰ, ਤੂੰ ਜਿਨ੍ਹਾਂ ਨੂੰ ਇੱਕ ਤੇ ਤੂੰ ਆਖਿਆ ਕਿ ਰਾਮ ਜੀ ਭਗਵਾਨ ਨੇ, ਤੂੰ ਉਹਨਾਂ ਦੀ ਪੂਜਾ ਕੀਤੀ। ਤੂੰ ਇੱਕ ਆਖਿਆ ਕਿ ਰਾਵਣ ਰਾਖਸ਼ ਹੈ, ਤੂੰ ਉਹਦਾ ਹਰ ਸਾਲ ਪੁਤਲਾ ਸਾੜਦਾ ਜੀ। ਇੱਕ ਦਾ ਤੂੰ ਪੁਤਲਾ ਸਾੜਦਾ, ਇੱਕ ਦਾ ਬੁੱਤ ਇੱਕ ਦਾ ਪੁਤਲਾ ਬਣਾ ਕੇ ਉਹਦੀ ਪੂਜਾ ਕਰਦਾ। ਤੂੰ ਦੋਵਾਂ ਵੱਲ ਹੀ ਵੇਖ ਕਿ ਰਾਮ ਜੀ ਵੀ ਚਲੇ ਗਏ ਤੇ ਰਾਵਣ ਵੀ ਚਲਾ ਗਿਆ। ਠੀਕ, ਰਾਮ ਜੀ ਵੀ ਖਤਮ ਹੋ ਗਏ ਤੇ ਰਾਵਣ ਵੀ ਖਤਮ ਹੋ ਗਿਆ, ਪਰ ਤੂੰ ਇਸ ਗੱਲ ਨੂੰ ਸਮਝਦਾ ਕਿਉਂ ਨਹੀਂ ਕਿ ਇਹ ਜਗ ਰਚਨਾ ਇਹ ਸੱਚ ਨਹੀਂ ਹੈ। ਠੀਕ, ਰਾਮ ਗਇਓ ਰਾਵਣ ਗਇਓ ਜਾਕੋ ਬਹੁ ਪਰਿਵਾਰ ਜੀ, ਕਿ ਸਾਰਾ ਕੁਝ ਹੀ ਚਲਾ ਗਿਆ, ਸਾਰਾ ਸੰਸਾਰ ਤੁਰਿਆ ਜਾ ਰਿਹਾ, ਪਰ ਤੂੰ ਇਸ ਗੱਲ ਨੂੰ ਸਮਝਦਾ ਕਿਉਂ ਨਹੀਂ। ਕਹੋ ਨਾਨਕ ਥਿਰ ਕਛ ਨਹੀਂ ਸੁਪਨੇ ਜਿਉ ਸੰਸਾਰ, ਵੀ ਸਥਿਰ ਕੁਛ ਵੀ ਨਹੀਂ ਹੈ। ਜਿਵੇਂ ਇੱਕ ਸੁਪਨਾ ਹੈ ਰਹਿਣ ਦਾ, ਉਸੇ ਤਰ੍ਹਾਂ ਹੀ ਸਾਡਾ ਜੀਵਨ ਹੈ। ਪਰ ਮਨੁੱਖ ਇਸ ਗੱਲ ਨੂੰ ਹਾਲੇ ਵੀ ਨਹੀਂ ਸਮਝਦਾ, ਇਸ ਗੱਲ ਨੂੰ ਜਾਣਦਾ ਹੀ ਨਹੀਂ, ਤੇ ਚਿੰਤਾਵਾਂ ਅੰਦਰ ਪਿਆ ਹੋਇਆ, ਚਿੰਤਾਵਾਂ ਅੰਦਰ ਹੈ ਆਪਣੇ, ਜਾਂ ਤੇ ਇਸ ਨੂੰ ਆਪਣੇ ਪਾਸਟ ਦੀ ਫਿਕਰ ਹੈ, ਜਿਹੜਾ ਬੀਤ ਚੁੱਕਾ ਹੈ ਉਹਨੂੰ ਚੇਤੇ ਕਰ ਕਰਕੇ ਰੋਂਦਾ, ਜਾਂ ਜਿਹੜਾ ਆਉਣਾ ਹੈ ਆਪਣੇ ਫਿਊਚਰ ਨੂੰ ਵੇਖ ਕੇ ਉਹਨੂੰ ਦੇਖ ਦੇਖ ਕੇ ਚਿੰਤਤ ਹੁੰਦਾ ਕਿ ਆਹ ਹੋਣਾ ਚਾਹੀਦਾ, ਆਹ ਹੋਣਾ ਚਾਹੀਦਾ, ਤੇ ਇਸ ਤਰ੍ਹਾਂ ਚਿੰਤਾਵਾਂ ਦੇ ਵਿੱਚ ਫਸਿਆ ਹੈ। ਤੇ ਸਤਿਗੁਰੂ ਫਿਰ ਸੋਝੀ ਦਿੰਦੇ ਨੇ, ਕਹਿੰਦੇ ਭਾਈ ਇਸ ਗੱਲ ਨੂੰ ਸਮਝ ਕਿ ਚਿੰਤਾ ਤੇ ਉਸ ਗੱਲ ਦੀ ਕਰਨੀ ਚਾਹੀਦੀ ਹੈ ਜਿਹੜੀ ਕੋਈ ਅਣਹੋਣੀ ਵਾਪਰੇ। ਠੀਕ, ਤੇ ਪ੍ਰਮਾਤਮਾ ਦੀ ਇਸ ਕੁਦਰਤ ਦੇ ਵਿੱਚ ਅਣਹੋਣੀ ਕੁਝ ਵਾਪਰਦੀ ਨਹੀਂ। ਠੀਕ, ਅਣਹੋਣੀ ਕਾ ਹੁੰਦੀ ਨਹੀਂ ਕੋਈ। ਸਤਿਗੁਰੂ ਸਮਝਾਉਂਦੇ ਕਹਿੰਦੇ ਭਾਈ ਚਿੰਤਾ ਤਾਂ ਕੀ ਕੀਜੀਏ ਜੋ ਅਣਹੋਣੀ ਹੋਏ, ਜਿਹੜੀ ਕੋਈ ਅਣਹੋਣੀ ਘਟਨਾ ਵਾਪਰੇ ਸਾਨੂੰ ਉਹਦੀ ਚਿੰਤਾ ਕਰਨੀ ਚਾਹੀਦੀ। ਪਰਮਾਤਮਾ ਦੇ ਇਸ ਸੰਸਾਰ ਅੰਦਰ, ਇਸ ਕੁਦਰਤ ਅੰਦਰ ਕੋਈ ਵੀ ਅਣਹੋਣੀ ਘਟਨਾ ਨਹੀਂ ਵਾਪਰਦੀ, ਕਿਉਂਕਿ ਜੋ ਕੁਝ ਵੀ ਹੋਣਾ ਉਹ ਸਹੀ ਹੋਣਾ, ਮਾੜਾ ਕੁਝ ਵੀ ਨਹੀਂ ਹੁੰਦਾ। ਹਾਂ ਇਹ ਜ਼ਰੂਰ ਹੈ ਕਿ ਸਾਨੂੰ ਇੰਜ ਪ੍ਰਤੀਤ ਹੁੰਦਾ ਹੈ ਕਿ ਆਹ ਕੰਮ ਮਾੜਾ ਹੋਇਆ, ਆਹ ਨਹੀਂ ਹੋਣਾ ਚਾਹੀਦਾ ਸੀ, ਆਹ ਇੰਜ ਹੋਣਾ ਚਾਹੀਦਾ ਸੀ, ਪਰ ਅਸਲ ਵਿੱਚ ਉਹ ਪ੍ਰਮਾਤਮਾ ਸਾਡੇ ਤੋਂ ਵੱਧ ਸਿਆਣਾ ਹੈ, ਉਹਨੂੰ ਪਤਾ ਹੈ ਕਿ ਕਦੋਂ ਕੀ ਹੋਣਾ ਚਾਹੀਦਾ ਤੇ ਕਦੋਂ ਕੀ ਨਹੀਂ ਹੋਣਾ ਚਾਹੀਦਾ। ਬਿਲਕੁਲ ਤੁਸੀਂ ਸਹੀ ਕਿਹਾ ਕਿ ਕੋਈ ਵੀ ਚੀਜ਼ ਅਣਹੋਂਦ ਨਹੀਂ ਹੁੰਦੀ, ਜੋ ਕੁਝ ਹੁੰਦਾ ਹੈ ਉਸ ਦੀ ਰਜ਼ਾ ਵਿੱਚ ਹੁੰਦਾ ਹੈ। ਬਿਲਕੁਲ, ਉਸ ਨੂੰ ਐਕਸੈਪਟ ਕਰਨ ਦੀ ਜਿਹੜੀ ਸਮਰੱਥਾ ਹੈ ਉਸ ਪ੍ਰਤੀ ਗੁਰੂ ਸਾਹਿਬ ਇੱਥੇ ਸਾਨੂੰ ਉਪਦੇਸ਼। ਬਿਲਕੁਲ ਬਿਲਕੁਲ, ਇਸ ਲਈ ਸਤਿਗੁਰੂ ਸਮਝਾਉਂਦੇ ਕਹਿੰਦੇ ਇਸ ਗੱਲ ਨੂੰ ਸਮਝ ਕੇ ਇਹ ਮਾਰਗ ਸੰਸਾਰ ਕੋ ਨਾਨਕ ਥਿਰ ਨਹੀਂ ਕੋਈ, ਵੀ ਕੋਈ ਵੀ ਸਥਿਰ ਨਹੀਂ। ਇਸ ਗੱਲ ਨੂੰ ਸਮਝ ਤੂੰ, ਇਸ ਗੱਲ ਨੂੰ ਜਾਣ ਤੇ ਇਸ ਗੱਲ ਨੂੰ ਆਪਣੇ ਮਨ ਵਿੱਚੋਂ ਵਿਸਾਰ ਦੇ। ਕਿਉਂਕਿ ਮੈਂ ਪਿੱਛੇ ਵੀ ਆਪਾਂ ਇਸ ਗੱਲ ਨੂੰ ਵਿਚਾਰਿਆ ਸੀ, ਇਹ ਗੱਲ ਮੈਂ ਪਹਿਲਾਂ ਵੀ ਆਖੀ ਸੀ ਕਿ ਗੁਰੂ ਸਾਹਿਬ ਡਰਾ ਨਹੀਂ ਰਹੇ ਸਾਨੂੰ ਕਿ ਮੌਤ ਹੈ ਜਾਂ ਮੌਤ ਤੋਂ ਡਰ ਨਹੀਂ, ਇਹ ਨਹੀਂ ਡਰਾ ਨਹੀਂ ਰਹੇ, ਸਾਨੂੰ ਜੀਵਨ ਦਾ ਸੱਚ ਵਿਖਾ ਰਹੇ ਨੇ, ਜੀਵਨ ਜਾਂਚ ਦੱਸ ਰਹੇ। ਬਿਲਕੁਲ, ਵੀ ਕਿਵੇਂ ਜੀਵਨ ਜਿਉਣਾ ਹੈ ਇਹ ਸਾਨੂੰ ਸਿਖਾ ਰਹੇ ਨੇ, ਤੇ ਇਹ ਗੱਲ ਸਾਨੂੰ ਸੋਝੀ ਦਿੰਦੇ ਨੇ ਕਿ ਜੋ ਉਪਜਿਓ ਸੋ ਬਿਨਸ ਹੈ। ਜੋ ਚੀਜ਼ ਪੈਦਾ ਹੋਈ ਹੈ ਉਹ ਬਿਨਸੇਗੀ ਹੀ, ਉਹ ਖਤਮ ਹੋਵੇਗੀ। ਮੈਂ ਲੱਖ ਯਤਨ ਕਰ ਲਵਾਂ ਆਪਣੇ ਆਪ ਨੂੰ ਬਚਾਉਣ ਦਾ, ਮੈਂ ਨਹੀਂ ਬਚਾ ਸਕਾਂਗਾ। ਮੈਂ ਲੱਖ ਯਤਨ ਕਰ ਲਵਾਂ ਕਿਸੇ ਚੀਜ਼ ਨੂੰ, ਕਿਉਂਕਿ ਹਰ ਇੱਕ ਚੀਜ਼ ਦੀ ਕੋਈ ਨਾ ਕੋਈ ਬੁਨਿਆਦ ਹੈ, ਕੋਈ ਲਿਮਿਟ ਹੈ, ਕੋਈ ਐਕਸਪਾਇਰੀ ਡੇਟ ਜਿਹਨੂੰ ਆਪਾਂ ਕਹਿ ਲੈਂਦੇ ਹਾਂ ਕਿ ਉਹ ਹੈ ਜੀ। ਕਿ ਜਿਵੇਂ ਆਪਾਂ ਕੋਈ ਘਰ ਬਣਾਇਆ ਤੇ ਉਹਦਾ ਵੀ 100 ਸਾਲ ਜਾਂ ਕਿੰਨੇ ਸਾਲ ਉਹਦੀ ਗਰੰਟੀ ਹੈ, ਪਰ ਉਸ ਤੋਂ ਬਾਅਦ ਉਹ ਵੀ ਡੈਡ ਹੈ। ਸਤਿਗੁਰੂ ਕਹਿੰਦੇ ਬਸ ਇਸੇ ਤਰ੍ਹਾਂ ਜਿਹੜੀ ਚੀਜ਼ ਪੈਦਾ ਹੋਈ ਹੈ ਉਹ ਬਿਨਸ ਜਾਵੇਗੀ, ਖਤਮ ਹੋ ਜਾਏਗੀ। ਜੋ ਉਪਜਿਓ ਸੋ ਬਿਨਸ ਹੈ, ਪਰ ਉਹ ਆਜ ਕੈ ਕਾਲ, ਅੱਜ ਜਾਂ ਕੱਲ ਉਹਨੇ ਖਤਮ ਹੋ ਜਾਣਾ, ਕੁਛ ਵੀ ਨਹੀਂ ਸਥਿਰ ਹੈ। ਨਾਨਕ ਹਰ ਗੁਣ ਗਾਏ ਲੈ, ਹੇ ਨਾਨਕ ਬਸ ਇੱਕ ਕਰਮ ਕਰ, ਉਹ ਕੀ ਕਿ ਪ੍ਰਮਾਤਮਾ ਦੇ ਗੁਣ ਗਾ ਤੇ ਛਾੜ ਸਗਲ ਜੰਜਾਲ, ਸਾਰੇ ਜੰਜਾਲ ਛੱਡ ਦੇ। ਜਿਹੜੇ ਤੂੰ ਆਪਣੇ ਜੰਜਾਲ ਮੰਨਦੇ ਨੇ ਨਾ ਉਹਨਾਂ ਨੂੰ ਤਿਆਗ ਦੇ, ਉਹਨਾਂ ਸਾਰਿਆਂ ਦਾ ਤਿਆਗ ਕਰਕੇ ਤੂੰ ਪ੍ਰਮਾਤਮਾ ਵਾਲੇ ਪਾਸੇ ਜੁੜ, ਆਹ ਕਾਰਜ ਕਰ। ਬਿਲਕੁਲ, ਜਿਹੜਾ ਕਾਰਜ ਕਰਨਾ ਚਾਹੀਦਾ ਹੈ। ਤੇ ਜੇ ਤੂੰ ਨਹੀਂ ਕਰੇਗਾ ਤੇ ਫਿਰ ਸਤਿਗੁਰੂ ਕਹਿੰਦੇ ਤੂੰ ਆਤਮਿਕ ਤੌਰ ਤੇ ਕਮਜ਼ੋਰ ਹੋ ਜਾਵੇਂਗਾ, ਕਿਉਂਕਿ ਸਰੀਰਕ ਤੌਰ ਤੇ ਅਸੀਂ ਤਾਂ ਮਜ਼ਬੂਤ ਰਹਿੰਦੇ ਹਾਂ, ਤਾਂ ਸਾਨੂੰ એનર્ਜੀ ਮਿਲਦੀ ਹੈ ਜੇ ਅਸੀਂ ਭੋਜਨ ਖਾਂਦੇ ਹਾਂ, ਖੁਰਾਕ ਖਾਂਦੇ ਹਾਂ ਤੇ ਸਾਡਾ ਸਰੀਰ ਜਿਹੜਾ ਹੈ ਉਹ એનર્ਜੀ ਦੇ ਵਿੱਚ ਰਹਿੰਦਾ, ਸਾਨੂੰ ਤਾਕਤ ਮਿਲਦੀ ਹੈ। ਪਰ ਜਦੋਂ ਅਸੀਂ ਭੋਜਨ ਤਿਆਗਦੇ ਨੇ ਉਦੋਂ ਅਸੀਂ ਕਮਜ਼ੋਰ ਹੋਣ ਲੱਗ ਜਾਂਦੇ। ਗੁਰੂ ਸਾਹਿਬ ਕਹਿੰਦੇ ਬਸ ਇਸੇ ਤਰ੍ਹਾਂ ਜਦੋਂ ਤੱਕ ਤੂੰ ਉਸ ਪ੍ਰਮਾਤਮਾ ਦੇ ਗੁਣ ਨਹੀਂ ਗਾਵੇਂਗਾ, ਇਹਨਾਂ ਜੰਜਾਲਾਂ ਦੇ ਅੰਦਰ, ਵਿਕਾਰਾਂ ਅੰਦਰ ਉਲਝਿਆ ਰਹੇਗਾ, ਤਾਂ ਫਿਰ ਤੇਰੇ ਜਿਹੜਾ ਆਤਮਿਕ ਜੀਵਨ ਦਾ ਬਲ ਹੈ ਉਹ ਮੁੱਕ ਜਾਵੇਗਾ।
ਬਿਲਕੁਲ ਜੀ, ਇਸ ਬਾਣੀ ਦੀ ਇੱਕ ਹੋਰ ਵਿਸ਼ੇਸ਼ਤਾ ਇਹ ਹੈਗੀ ਕਿ ਦੇਖੋ ਗੁਰੂ ਸਾਹਿਬ ਬੜੇ ਸਿੰਪਲ ਐਗਜ਼ਾਮਪਲਸ ਦੇ ਕੇ ਇੱਕ ਬੰਦੇ ਨੂੰ ਚੇਤਨ ਕਰ ਰਹੇ ਨੇ ਕਿ ਇਹ ਬੰਦਿਆ ਭੁੱਲ ਨਾ ਜਾ ਕਿ ਤੇਰੀ ਇੱਕ ਦਿਨ ਮੌਤ ਆਣੀ ਹੈ। ਬਿਲਕੁਲ। ਅਤੇ ਇਹ ਜੋ ਕੁਝ ਤੂੰ ਸਮਝ ਰਿਹਾ ਜਿਹੜਾ ਸਥਿਰ ਰਹਿਣ ਵਾਲਾ ਉਹ ਨਹੀਂ, ਜਦ ਕਿ ਸਥਿਰ ਤੇਰਾ ਸਿਰਫ ਉਹੀ ਰਹਿਣਾ ਜਿਹੜਾ ਤੂੰ ਚੰਗਾ ਪਲ ਉਸ ਰੱਬ ਦੀ ਉਸਤਤ ਵਿੱਚ ਆਪਣੇ ਜੀਵਨ ਵਿੱਚ ਉਹ ਗ੍ਰਹਿਣ ਕਰਕੇ ਤੂੰ ਆਪਣਾ ਜੀਵਨ ਬਤੀਤ ਕੀਤਾ। ਬਿਲਕੁਲ। ਤੇ ਗੁਰੂ ਸਾਹਿਬ ਸਮਝਾ ਰਹੇ ਨੇ ਕਿ ਜਦੋਂ ਤੇਰਾ ਆਤਮਿਕ ਜੀਵਨ ਕਮਜ਼ੋਰ ਹੋ ਗਿਆ ਜੀ, ਜਦੋਂ ਤੇਰਾ ਆਤਮਿਕ ਜੀਵਨ ਕਮਜ਼ੋਰ ਹੋ ਜਾਏਗਾ ਤੇ ਫਿਰ ਤੂੰ ਕੁਝ ਵੀ ਨਹੀਂ ਕਰ ਸਕੇਗਾ। ਠੀਕ। ਕਿਉਂਕਿ ਆਪਾਂ ਕਹਿੰਦੇ ਕਿ ਜਦੋਂ ਬੰਦੇ ਦਾ ਮਨ ਹਾਰ ਜਾਂਦਾ, ਥੱਕ ਜਾਂਦਾ, ਤੇ ਫਿਰ ਤਨ ਉਹਦਾ ਭਾਵੇਂ ਤੰਦਰੁਸਤ ਵੀ ਹੋਵੇ ਪਰ ਉਹ ਕੰਮ ਨਹੀਂ ਕਰਦਾ, ਕਿਉਂਕਿ ਦਿਲ ਨਹੀਂ, ਮਨ ਨਹੀਂ ਕਰਦਾ, ਉਹ ਮਨ ਨਹੀਂ ਜੁੜਦਾ ਉਸ ਪਾਸੇ। ਤੇ ਇਸ ਕਰਕੇ ਫਿਰ ਮਨੁੱਖ ਆਪਣੇ ਤਨ ਨੂੰ ਵੀ ਨਹੀਂ ਲਾਉਂਦਾ ਉਸ ਪਾਸੇ। ਤੇ ਗੁਰੂ ਸਾਹਿਬ ਸਮਝਾਉਂਦੇ, ਕਹਿੰਦੇ ਜਦੋਂ ਮਨੁੱਖ ਦਾ ਬਲ ਖਤਮ ਹੋ ਜਾਂਦਾ, ਜਿਵੇਂ ਅੱਗੇ ਸਮਝਾਉਂਦੇ ਨੇ ਕਿ ਬਲ ਛੁੱਟ ਗਿਓ, ਜਦੋਂ ਮਨੁੱਖ ਦੇ ਅੰਦਰੋਂ ਆਤਮਿਕ ਤਾਕਤ ਗਈ ਜੀ, ਸਾਡੇ ਸਰੀਰ ਵਿੱਚੋਂ ਜਦੋਂ ਤਾਕਤ ਗਈ ਤਾਂ ਫਿਰ ਕੀ ਹੁੰਦਾ, ਬੰਧਨ ਪਰੇ, ਮਨੁੱਖ ਨੂੰ ਬੰਧਨ ਪੈ ਜਾਂਦੇ। ਜਦੋਂ ਅਸੀਂ ਕੰਮ ਕਰਨੋਂ ਹਟ ਜਾਂਦੇ ਹਾਂ, ਚਾਹੇ ਕੋਈ ਬਿਮਾਰੀ ਕਾਰਨ, ਕਿਸੇ ਘਟਨਾ ਕਾਰਨ, ਐਕਸੀਡੈਂਟ ਕਾਰਨ, ਫਿਰ ਕੀ ਹੁੰਦਾ, ਸਾਡੇ ਤੇ ਕਰਜ਼ਾ ਚੜ੍ਹਨ ਲੱਗ ਜਾਂਦਾ। ਬਿਲਕੁਲ। ਕਰਜ਼ਾ ਹੁਣ ਫਿਰ ਅਸੀਂ ਉਹਨੇ ਫਿਰ ਡਿਪਰੈਸ਼ਨ ਵਿੱਚ ਜਾਣਾ ਵੀ ਮੈਂ ਕਰਜ਼ਾ ਕਿਵੇਂ ਉਤਾਰਾਂਗਾ, ਕਿਵੇਂ ਮੈਂ ਇਹ ਪੈਸੇ ਦੇਵਾਂਗਾ, ਵੀ ਘਰ ਦੀ ਕਿਸ਼ਤ ਦੇਣੀ ਹੈ, ਗੱਡੀ ਦੀ ਕਿਸ਼ਤ ਦੇਣੀ ਹੈ, ਉਹ ਫਿਰ ਡਿਪਰੈਸ਼ਨ ਦੇ ਵਿੱਚ ਆਉਂਦਾ ਜਾਂਦਾ, ਚਿੰਤਾ ਆਉਂਦੀ ਜਾਂਦੀ ਹੈ। ਫਿਰ ਕੀ ਹੁੰਦਾ, ਫਿਰ ਕਛੂ ਨਾ ਹੋਤ ਉਪਾਏ, ਫਿਰ ਉਪਾਅ ਕੁਛ ਨਹੀਂ, ਕਿਉਂਕਿ ਜਦੋਂ ਤੱਕ ਅੰਦਰ ਐਨਰਜੀ ਨਹੀਂ, ਜਦੋਂ ਤੱਕ ਕੰਮ ਕਰਨ ਦੀ ਤਾਕਤ ਨਹੀਂ ਹੈ, ਉਦੋਂ ਤੱਕ ਮਨੁੱਖ ਕੁਝ ਵੀ ਨਹੀਂ ਕਰ ਸਕੇਗਾ। ਸਤਿਗੁਰੂ ਕਹਿੰਦੇ ਬਸ ਇਸੇ ਤਰ੍ਹਾਂ ਜਦੋਂ ਤੱਕ ਬੰਦੇ ਦਾ ਅੰਦਰ ਕਮਜ਼ੋਰ ਹੈ, ਅੰਦਰ ਤਾਕਤ ਨਹੀਂ ਹੈ, ਮਨ ਕਮਜ਼ੋਰ ਹੈ, ਆਤਮਾ ਕਮਜ਼ੋਰ ਹੈ, ਉਦੋਂ ਤੱਕ ਮਨੁੱਖ ਕੁਝ ਵੀ ਨਹੀਂ ਕਰ ਸਕੇਗਾ। ਠੀਕ। ਇਸ ਲਈ ਇਹਨੂੰ ਕੋਈ ਉਪਾਅ ਵੀ ਨਹੀਂ ਸੁਝੇਗਾ, ਫਿਰ ਇਹਨੂੰ ਕੋਈ ਸਮਝ ਵੀ ਨਹੀਂ ਆਏਗੀ ਕਿਸੇ ਪਾਸੋਂ। ਫਿਰ ਇਸ ਲਈ ਫਿਰ ਉਸ ਪ੍ਰਮਾਤਮਾ ਦੇ ਅੱਗੇ ਬੇਨਤੀ ਕਰਨੀ ਚਾਹੀਦੀ ਹੈ, ਕਹੋ ਨਾਨਕ ਅਬ ਓਟ ਹਰ, ਸਿਰਫ ਓਟ ਰੱਬ ਦਾ ਆਸਰਾ ਲੈਣਾ ਚਾਹੀਦਾ। ਠੀਕ। ਪ੍ਰਮਾਤਮਾ ਦੀ ਹੀ ਓਟ ਪਕੜਨੀ ਚਾਹੀਦੀ ਹੈ। ਤੇ ਇਸ ਤਰ੍ਹਾਂ ਪ੍ਰਮਾਤਮਾ ਸਹਾਈ ਹੁੰਦਾ ਹੈ, ਗੱਜ ਜਿਉਂ ਹੋਹ ਸਹਾਏ। ਗੱਜ ਜਿਵੇਂ ਇਹ ਇੱਕ ਘਟਨਾ ਜੁੜੀ ਹੋਈ ਹੈ ਕਿ ਇੱਕ ਹਾਥੀ ਜਿਹੜਾ ਪਾਣੀ ਦੇ ਵਿੱਚ, ਨਦੀ ਦੇ ਵਿੱਚ ਪਾਣੀ ਪੀਣ ਜਾਂਦਾ, ਇਹ ਐਗਜ਼ਾਮਪਲ ਲੈਣੇ ਜੀ ਇਸ ਬ੍ਰੇਕ ਤੋਂ ਬਾਅਦ ਤੁਹਾਡੇ ਨਾਲ ਸਾਂਝ ਪਾਉਂਦੇ ਹਾਂ, ਕਿਉਂਕਿ ਇਹੀ ਗੱਲ ਹੈਗੀ ਕਿ ਓਟ ਉਸ ਸਮੇਂ ਹਮੇਸ਼ਾ ਹੀ ਉਸ ਹਰ ਦੀ ਲਓ, ਨਾ ਕਿ ਪੰਡਤਾਂ ਕੋਲ ਜਾਂ ਹੋਰ ਇੱਧਰ ਉੱਧਰ ਭੱਜਣ ਦੀ ਲੋੜ ਨਹੀਂ। ਤੁਸੀਂ ਜੇਕਰ ਉਸ ਰੱਬ ਦਾ ਆਸਰਾ ਲਓਗੇ ਤਾਂ ਆਟੋਮੈਟਿਕਲੀ ਤੁਹਾਡਾ ਜਿਹੜਾ ਮਨ ਹੈ ਉਹ ਮਜ਼ਬੂਤ ਹੋਏਗਾ, ਤੇ ਜੇ ਸੁੱਖ ਹੋਏਗਾ ਜਾਂ ਦੁੱਖ ਹੋਏਗਾ ਉਸ ਨੂੰ ਤੁਸੀਂ ਸਮ ਕਰ ਜਾਣੋਗੇ। ਇਹਦੇ ਬਾਰੇ ਹੋਰ ਗੱਲਬਾਤ ਕਰਨੀ ਜਿਹੜਾ ਤੁਸੀਂ ਹਾਥੀ ਦੀ ਗੱਲ ਕਰ ਰਹੇ ਇਸ ਬ੍ਰੇਕ ਤੋਂ ਬਾਅਦ। ਸੋ ਅਸੀਂ ਅਖੀਰਲੇ ਲਮਿਆਂ 'ਚ ਪਹੁੰਚ ਚੁੱਕੇ ਹਾਂ ਜੀ, ਜਿੱਥੇ ਕਿ ਗੁਰੂ ਸਾਹਿਬ ਜੋ ਆਪਣੇ ਸ਼ਲੋਕਾਂ ਰਾਹੀਂ ਸਾਨੂੰ ਉਪਦੇਸ਼ ਕਰਦੇ ਨੇ। 9ਵੇਂ ਮਹੱਲੇ ਦੇ ਸ਼ਲੋਕ ਦੇ ਵਿੱਚ ਗੁਰੂ ਸਾਹਿਬ ਨੇ ਜੋ ਹੁਣ ਤੱਕ ਕਿਹਾ ਉਸ ਬਾਰੇ ਤੁਸੀਂ ਸਰਵਣ ਕੀਤਾ ਭਾਈ ਸਾਹਿਬ ਭਾਈ ਬਲਜੀਤ ਸਿੰਘ ਤਲਵੰਤ ਤੋਂ। ਆਓ ਅੱਗੇ ਸਾਂਝ ਪਾਉਂਦੇ ਕਿ ਗੁਰੂ ਸਾਹਿਬ ਸਾਨੂੰ ਕੀ ਕਹਿ ਰਹੇ ਨੇ, ਤੇ ਬ੍ਰੇਕ ਤੋਂ ਪਹਿਲਾਂ ਇੱਕ ਐਗਜ਼ਾਮਪਲ ਦੇਣ ਲੱਗੇ ਸੀ, ਆਓ ਉਸ ਬਾਰੇ ਤੁਹਾਨੂੰ ਮੁੜ ਤੋਂ ਜੋੜਦੇ ਹਾਂ ਜੀ। ਗੁਰਬਾਣੀ ਦੇ ਵਿੱਚ ਸਤਿਗੁਰੂ ਜੀ ਨੇ ਇੱਕ ਬੜਾ ਸੌਖਾ ਤਰੀਕਾ ਇਸਤੇਮਾਲ ਕੀਤਾ ਹੈ ਕਿ ਜਿਹੜੀ ਭਾਸ਼ਾ ਨੂੰ ਇਨਸਾਨ ਸਮਝਦਾ ਹੈ ਉਹਨੂੰ ਉਸ ਭਾਸ਼ਾ ਦੇ ਵਿੱਚ ਸਮਝਾਇਆ। ਜਿਵੇਂ ਕੋਈ ਹਿੰਦੂ ਵੀਰ ਹੈ ਤੇ ਉਹਨੂੰ ਉਹਦੇ ਹੀ ਧਰਮ ਦੇ ਵਿੱਚੋਂ, ਉਹਦੇ ਹੀ ਇਤਿਹਾਸ ਵਿੱਚੋਂ, ਉਹਦੇ ਪੀਰ ਪੈਗੰਬਰਾਂ ਦੇ ਵਿੱਚੋਂ, ਉਹਦੇ ਭਗਵਾਨ ਜਿਸ ਨੂੰ ਮੰਨਦਾ ਹੈ ਉਹਦੀਆਂ ਉਦਾਹਰਨਾਂ ਦਿੱਤੀਆਂ। ਤੇ ਇਸੇ ਤਰ੍ਹਾਂ ਸਤਿਗੁਰੂ ਜੀ ਨੇ, ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਇਹਨਾਂ ਗੱਲਾਂ ਨੂੰ ਲਿਆ। ਤੇ ਜਿਵੇਂ ਇਹ ਗੱਲ ਆਉਂਦੀ ਹੈ ਕਿ ਹਿੰਦੂ ਵੀਰ ਇਸ ਗੱਲ ਨੂੰ ਮੰਨਦੇ ਨੇ ਕਿ ਹਾਥੀ ਜਿਹੜਾ ਨਦੀ ਦੇ ਵਿੱਚ ਪਾਣੀ ਪੀਣ ਵਾਸਤੇ ਗਿਆ ਸੀ, ਇਸ਼ਨਾਨ ਕਰਨ ਲਈ, ਨਹਾਉਣ ਵਾਸਤੇ ਗਿਆ ਸੀ, ਪਰ ਉਸ ਨੂੰ ਕਿਸੇ ਪਾਣੀ ਦੇ, ਨਦੀ ਦੇ ਜਾਨਵਰ ਨੇ ਪੈਰ ਤੋਂ ਪਕੜ ਲਿਆ। ਤੇ ਜਦੋਂ ਉਹ ਇਤਨੀ ਮਜ਼ਬੂਤੀ ਨਾਲ ਪਕੜਿਆ ਕਿ ਉਹਦਾ ਸਾਰਾ ਜ਼ੋਰ ਲੱਗ ਗਿਆ, ਪਰ ਉਹ ਬਾਹਰ ਨਾ ਨਿਕਲ ਸਕਿਆ ਪਾਣੀ ਤੋਂ। ਫਿਰ ਅਖੀਰ ਨੂੰ ਕਹਿੰਦੇ ਨੇ ਕਿ ਹਿੰਦੂ ਵੀਰ ਜਿਵੇਂ ਇਸ ਗੱਲ ਨੂੰ ਮੰਨਦੇ ਨੇ ਕਿ ਉਸਨੇ ਭਗਵਾਨ ਨੂੰ ਚੇਤੇ ਕੀਤਾ ਤੇ ਭਗਵਾਨ ਨੇ ਉਸੇ ਵਕਤ ਕਹਿੰਦੇ ਉਸ ਦੀ ਮਦਦ ਕੀਤੀ। ਤੇ ਗੁਰੂ ਸਾਹਿਬ ਸਮਝਾਉਂਦੇ, ਚਲੋ ਉਸ ਦੀ ਮਦਦ ਕੀਤੀ ਚਾਹੇ ਨਾ ਕੀਤੀ, ਪਰ ਇਹ ਗੱਲ ਸਾਡੇ ਸਾਹਮਣੇ ਆਉਂਦੀ ਹੈ, ਹਿੰਦੂ ਵੀਰ ਇਸ ਗੱਲ ਨੂੰ ਮੰਨਦੇ ਨੇ। ਸਤਿਗੁਰੂ ਕਹਿੰਦੇ ਜੇ ਪ੍ਰਮਾਤਮਾ ਉਸ ਹਾਥੀ ਦੀ ਮਦਦ ਕਰ ਸਕਦਾ ਕਿ ਤੇਰੀ ਨਹੀਂ ਕਰ ਸਕਦਾ? ਠੀਕ। ਵੀ ਜਿਵੇਂ ਉਸ ਗੱਜ ਦੀ, ਉਸ ਹਾਥੀ ਦੀ ਸਹਾਇਤਾ ਪ੍ਰਮਾਤਮਾ ਨੇ ਕੀਤੀ, ਬੰਦੇ ਨੇ ਉਹਨੂੰ, ਉਸ ਜਾਨਵਰ ਨੇ ਪ੍ਰਮਾਤਮਾ ਨੂੰ ਚੇਤੇ ਕੀਤਾ ਤੇ ਪ੍ਰਮਾਤਮਾ ਉਹਦੀ ਮਦਦ ਦੇ ਵਾਸਤੇ ਪਹੁੰਚਿਆ। ਜੇ ਤੂੰ ਉਸ ਨੂੰ ਚੇਤੇ ਕਰੇਗਾ ਕੀ ਪ੍ਰਮਾਤਮਾ ਨਹੀਂ ਪਹੁੰਚੇਗਾ? ਇਸ ਲਈ ਗੱਜ ਜਿਉਂ ਹੋ ਸਹਾਏ। ਸੱਚੇ ਪਾਤਸ਼ਾਹ ਜਿਵੇਂ ਤੂੰ ਉਹਦੇ ਵਾਸਤੇ ਸਹਾਈ ਹੋਇਆ, ਕਿਰਪਾ ਕਰਕੇ ਮੇਰੇ ਜੀਵਨ ਵਿੱਚ ਵੀ ਸਹਾਈ ਹੋ। ਜਦੋਂ ਤੂੰ ਸਹਾਈ ਹੋਵੇਂਗਾ ਉਦੋਂ ਹੀ ਮੇਰੇ ਆਤਮਿਕ ਜੀਵਨ ਨੂੰ ਕੋਈ ਤਾਕਤ ਮਿਲੇਗੀ, ਕੋਈ ਬਲ ਮਿਲੇਗਾ। ਸਤਿਗੁਰੂ ਕਹਿੰਦੇ ਜਦੋਂ ਬਲ ਮਿਲਦਾ, ਜਦੋਂ ਤਾਕਤ ਮਿਲ ਜਾਂਦੀ ਹੈ, ਫਿਰ ਕੀ ਹੁੰਦਾ? ਬਲ ਹੋਆ ਬੰਧਨ ਛੁੱਟੇ। ਜਦੋਂ ਆਤਮਿਕ ਤਾਕਤ ਮਿਲ ਗਈ ਫਿਰ ਬੰਧਨਾਂ ਤੋਂ ਮਨੁੱਖ ਮੁਕਤ ਹੋ ਜਾਂਦਾ ਹੈ। ਫਿਰ ਸਭ ਕੁਛ ਹੋਤ ਉਪਾਏ, ਵੀ ਸਾਰੇ ਫਿਰ ਉਪਾਅ ਵੀ ਸੁਝਣ ਲੱਗ ਜਾਂਦੇ ਨੇ। ਜਦੋਂ ਸਰੀਰ ਵਿੱਚ ਹੀ ਤਾਕਤ ਨਹੀਂ, ਫਿਰ ਉਪਾਅ ਕਿੱਥੋਂ ਸੁਝਣੇ ਨੇ? ਇਸ ਲਈ ਜਦੋਂ ਬੰਦੇ ਦਾ ਆਤਮਿਕ ਜੀਵਨ ਮਜ਼ਬੂਤ ਹੋ ਜਾਂਦਾ, ਫਿਰ ਬੰਦੇ ਨੂੰ ਉਪਾਅ ਵੀ ਸੁਝਦਾ ਹੈ।
ਨਾਨਕ ਸਭ ਕਿਛ ਤੁਮਰੇ ਹੱਥ ਮੈਂ, हे ਨਾਨਕ ਆਖ ਕਿ हे ਸੱਚੇ ਪਾਤਸ਼ਾਹ ਸਾਰਾ ਕੁਝ ਤੇਰੇ ਹੱਥ ਵਿੱਚ ਹੈ, ਸਾਡੇ ਹੱਥ ਵਿੱਚ ਕੁਝ ਵੀ ਨਹੀਂ। ਸਭ ਕਿਛ ਤੁਮਰੇ ਹੱਥ ਮੈਂ ਅਤੇ ਤੁਮ ਹੀ ਹੋ ਸਹਾਇ, ਤੂੰ ਹੀ ਸਹਾਈ ਹੋਣ ਵਾਲਾ ਹੈ, ਤੂੰ ਹੀ ਆਪ ਰਹਿਮਤ ਕਰਕੇ ਸਹਾਈ ਹੋ। ਕਿਉਂਕਿ ਜੇ ਮੈਂ ਆਪਣੇ ਸਖਿਆਂ ਸਹਾਈਆਂ ਵੱਲ ਵੇਖਦਾ ਵਾਂ ਤੇ ਉਹ ਮੇਰੇ ਸਰੀਰ ਦੇ ਸਾਥੀ ਨੇ, ਉਹਨਾਂ ਮੇਰੇ ਆਤਮਿਕ ਜੀਵਨ ਦੇ ਵਿੱਚ ਉਹਨਾਂ ਦਾ ਕੋਈ ਕੰਮ ਨਹੀਂ, ਉਹ ਮੇਰੇ ਰੂਹ ਦੇ ਸਾਥੀ ਨੇ, ਇਸ ਲਈ ਉਹ ਸਾਥ ਛੱਡ ਜਾਣਗੇ। ਸਤਿਗੁਰੂ ਸਮਝਾਉਂਦੇ ਸੰਗ ਸਖਾ ਸਭ ਤਜ ਗਏ, ਉਹ ਉਹਨਾਂ ਨਿਭਿਓ ਸਾਥ। ਆਤਮਿਕ ਜੀਵਨ ਦੇ ਨਾਲ ਇਹਨਾਂ ਵਿੱਚੋਂ ਕੋਈ ਨਹੀਂ ਨਾਲ ਨਿਭੇਗਾ। ਇਸ ਲਈ ਕਹੋ ਨਾਨਕ ਇਹ ਬਿਪਤ ਮੈਂ ਟੇਕ ਏਕ ਰਘੁਨਾਥ, ਉਸ ਰਘੁਨਾਥ ਵਾਹਿਗੁਰੂ ਦੀ ਹੀ ਇੱਕੋ ਇੱਕ ਟੇਕ ਹੈ ਜਿਹੜਾ ਸਾਡੀ ਰੂਹ ਦਾ ਸਾਥੀ, ਸਾਡੀ ਆਤਮਾ ਦਾ ਸਾਥੀ ਹੈ, ਤੇ ਜਿਨ੍ਹਾਂ ਨੇ ਫਿਰ ਉਸ ਵਾਹਿਗੁਰੂ ਦੇ ਨਾਮ ਵਿੱਚ ਆਪਣੇ ਆਪ ਨੂੰ ਜੋੜਿਆ। ਸਤਿਗੁਰੂ ਕਹਿੰਦੇ ਫਿਰ ਉਹਨਾਂ ਨੇ ਇਸ ਗੱਲ ਨੂੰ ਸਮਝ ਲਿਆ ਕਿ ਜੇ ਕੋਈ ਇਸ ਸੰਸਾਰ ਤੇ ਹਮੇਸ਼ਾ ਰਹਿਣ ਵਾਲਾ ਹੈ ਤੇ ਪ੍ਰਮਾਤਮਾ ਦਾ ਨਾਮ ਤੇ ਉਹਦੇ ਨਾਮ ਨੂੰ ਜਪਣ ਵਾਲੇ, ਨਾਮ ਰਹਿਓ ਨਾਮ ਪ੍ਰਮਾਤਮਾ ਦਾ, ਸਾਧੂ ਰਹਿਓ ਜਿਨ੍ਹਾਂ ਨੇ ਨਾਮ ਜਪਿਆ, ਰਹਿਓ ਗੁਰ ਗੋਬਿੰਦ, ਗੁਰੂ ਅਤੇ ਗੋਬਿੰਦ ਪ੍ਰਮਾਤਮਾ, ਜਿਹੜੇ ਨਾਮ ਨੂੰ ਜਪਣ ਵਾਲੇ ਨੇ, ਜਿਹਦਾ ਨਾਮ ਜਪਣਾ ਹੈ ਉਹ, ਤੇ ਜਿਹੜਾ ਸਤਿਗੁਰੂ ਹੈ, ਇਹੀ ਹਮੇਸ਼ਾ ਰਹਿਣ ਵਾਲੇ ਨੇ, ਹੋਰ ਇਹਨਾਂ ਤੋਂ ਇਲਾਵਾ ਹੋਰ ਕੋਈ ਨਹੀਂ। ਨਾਮ ਰਹਿਓ ਸਾਧੂ ਰਹਿਓ, ਰਹਿਓ ਗੁਰ ਗੋਬਿੰਦ, ਕਹੋ ਨਾਨਕ ਇਹ ਜਗਤ ਮੈਂ ਕਿਨ ਜਪਿਓ ਗੁਰਮੰਤ। ਜਿਸ ਕਿਸੇ ਨੇ ਵੀ ਪ੍ਰਮਾਤਮਾ ਦਾ ਨਾਮ ਜਪਿਆ ਉਹ ਇਸ ਸੰਸਾਰ ਅੰਦਰ ਹਮੇਸ਼ਾ ਰਿਹਾ। ਅਖੀਰ ਦੇ ਅੰਦਰ ਜਦੋਂ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਸਮਾਪਤੀ ਕੀਤੀ ਤੇ ਉਹਨਾਂ ਨੇ ਫਿਰ ਇੱਥੇ ਆ ਕੇ ਸਾਨੂੰ ਸਾਰੀ ਵਿਚਾਰ ਨੂੰ ਸੰਕੋਚ ਕੇ ਖਤਮ ਕਰਦਿਆਂ ਹੋਇਆਂ ਇਹ ਗੱਲ ਸਮਝਾਈ ਕਿ ਜਿਨ੍ਹਾਂ ਦੇ ਹਿਰਦੇ ਦੇ ਅੰਦਰ ਪ੍ਰਮਾਤਮਾ ਦਾ ਨਾਮ ਹੈ, ਰਾਮ ਨਾਮ ਔਰ ਮੈਂ ਗਹਿਓ, ਔਰ ਦਾ ਅਰਥ ਹੁੰਦਾ ਹਿਰਦਾ, ਜਿਨ੍ਹਾਂ ਨੇ ਹਿਰਦੇ ਦੇ ਵਿੱਚ ਪ੍ਰਮਾਤਮਾ ਦੇ ਨਾਮ ਨੂੰ ਪਾ ਲਿਆ, ਵਸਾ ਲਿਆ, ਜਾ ਕੇ ਸਾਹਮਣੇ ਨਹੀਂ ਕੋਈ, ਉਹਨਾਂ ਦੇ ਬਰਾਬਰ ਫਿਰ ਹੋਰ ਕੋਈ ਨਹੀਂ। ਜਿਹ ਸਿਮਰਤ ਜਿਸ ਨੂੰ ਸਿਮਰਿਆ ਸੰਕਟ ਮਿਟੈ, ਜਿਹਨੂੰ ਸਿਮਰਿਆ ਸਾਰੇ ਸੰਕਟ ਖਤਮ ਹੋ ਜਾਂਦੇ ਹਨ। ਦਰਸ਼ ਤੁਹਾਰੋ ਹੋਏ, ਫਿਰ ਹੀ ਦਰਸ਼ ਪ੍ਰਾਪਤ ਹੁੰਦਾ ਹੈ। ਹੁਣ ਇੱਥੇ ਕਮਾਲ ਦੀ ਗੱਲ ਹੈ, ਸਾਰੇ ਸ਼ਲੋਕਾਂ ਦੇ ਵਿੱਚ ਨਾਨਕ ਸ਼ਬਦ ਆਇਆ ਪਰ ਇੱਥੇ ਨਹੀਂ ਆਇਆ। ਇਹਦਾ ਭਾਵ ਇਹ ਹੈ ਕਿ ਜਿਸ ਵਕਤ ਮਨੁੱਖ ਪ੍ਰਮਾਤਮਾ ਦੇ ਵਿੱਚ ਅਭੇਦ ਹੋ ਜਾਂਦਾ ਹੈ ਫਿਰ ਉਦੋਂ ਆਪਣਾ ਆਪ ਖਤਮ ਹੋ ਜਾਂਦਾ, ਪ੍ਰਮਾਤਮਾ ਹੀ ਰਹਿ ਜਾਂਦਾ ਹੈ। ਪ੍ਰਮਾਤਮਾ ਹੀ ਰਹਿ ਗਿਆ, ਹੁਣ ਨਾਨਕ ਸ਼ਬਦ ਵੀ ਖਤਮ ਹੋ ਗਿਆ, ਹੁਣ ਉਹ ਰੱਬ ਹੀ, ਰੱਬ ਦਾ ਰੂਪ ਹੀ ਹੋ ਗਿਆ ਹੈ। ਹਾਂਜੀ, ਤੋ ਆਪਾਂ ਜਦੋਂ ਇਹਨਾਂ ਸਾਰਿਆਂ ਸ਼ਲੋਕਾਂ ਦੀ ਹੁਣ ਵਿਚਾਰ ਕਰ ਚੁੱਕੇ ਹਾਂ, ਇੱਥੇ ਇੱਕ ਗੱਲ ਤੇ ਸਪਸ਼ਟ ਹੋ ਗਈ ਕਿ ਇਹ ਬਾਣੀ ਜਿਹੜੀ ਹੈ ਇਹ ਸੋਗ ਨਾਲ ਸੰਬੰਧਿਤ ਨਹੀਂ ਹੈ। ਇਹ ਜੀਵਨ ਦਾ ਹਕੀਕਤ ਹੈਗਾ। ਤੇ ਗੁਰੂ ਸਾਹਿਬ ਜਿਹੜੇ ਐਗਜ਼ਾਮਪਲਸ ਵੀ ਦੇ ਕੇ ਕਰ ਰਹੇ ਨੇ, ਪਰ ਅਖੀਰ ਵਿੱਚ ਇਸ ਤਰ੍ਹਾਂ ਬਾਰ-ਬਾਰ ਉਹ ਇਸੀ ਚੀਜ਼ ਤੇ ਜ਼ੋਰ ਦੇ ਰਹੇ ਨੇ ਕਿ ਉਸ ਰੱਬ ਨੂੰ ਹਮੇਸ਼ਾ ਯਾਦ ਰੱਖੋ। ਬਿਲਕੁਲ। ਐਂਡ ਉਹਦੇ ਵਾਸਤੇ ਤੁਸੀਂ ਦੇਖਿਆ ਕਿ ਕਿੰਨੇ ਸ਼ਲੋਕਾਂ ਦੇ ਵਿੱਚ ਜਿਹੜੇ ਗੁਰੂ ਸਾਹਿਬ ਪਹਿਲਾਂ ਐਗਜ਼ਾਮਪਲਸ ਦੇ ਰਹੇ ਨੇ, ਉਸ ਤੋਂ ਬਾਅਦ ਕਿ ਬਈ ਇਹ ਗਰਭ ਕਿਸ ਚੀਜ਼ ਦਾ ਤੂੰ ਕਰ ਰਿਹਾ ਕਿਉਂਕਿ ਤੂੰ ਸਥਿਰ ਨਹੀਂ ਰਹਿਣਾ, ਪਰ ਅਖੀਰ ਵਿੱਚ ਉਸੇ ਚੀਜ਼ ਤੇ ਜ਼ੋਰ ਦਿੱਤਾ ਜਾ ਰਿਹਾ ਕਿ ਉਸ ਆਤਮਾ ਨੂੰ, ਉਸ ਪਰਮਾਤਮਾ ਨੂੰ ਜੋ ਹੈ, ਆਤਮਾ ਤੇ ਪਰਮਾਤਮਾ ਦਾ ਸੁਮੇਲ ਜਿਹੜਾ ਹੈ ਉਸ ਦੇ ਉੱਤੇ ਹੀ ਫੋਕਸ। ਬਿਲਕੁਲ। ਤੇ ਜੋ ਆਪਾਂ ਇਹਨਾਂ 57 ਸ਼ਲੋਕਾਂ ਦੇ ਅੰਦਰ ਹੁਣ ਤੱਕ ਇਹ ਗੱਲ ਸਮਝੀ ਕਿ ਇਹ ਬਾਣੀ ਬੈਰਾਗਮਈ ਨਹੀਂ ਹੈ। ਇਹ ਬਾਣੀ ਜਿਹੜੀ ਹੈ ਉਸ ਪਰਮਾਤਮਾ ਨਾਲ ਮਿਲਾਉਣ ਵਾਲੀ ਹੈ। ਆਪਾਂ ਇੱਕ ਬਾਣੀ ਵਿੱਚ ਬਚਨ ਪੜ੍ਹਦੇ ਹਾਂ, ਇਹ ਬਾਣੀ ਜੋ ਜਿਉਂ ਜਾਣੇ, ਜਿਹੜਾ ਅੰਦਰੋਂ ਜਾਣੇ ਇਸ ਗੱਲ ਨੂੰ, ਉੱਪਰੋਂ ਨਹੀਂ, ਉੱਪਰੋਂ ਤੇ ਪੜ੍ਹੀ ਜਾ ਰਹੇ ਹਾਂ ਅਸੀਂ, ਅਖੰਡ ਪਾਠ ਕਰਾਈ ਜਾ ਰਹੇ ਹਾਂ, ਜਾਪ ਕਰਵਾ ਰਹੇ ਹਾਂ, ਪਰ ਸਤਿਗੁਰੂ ਕਹਿੰਦੇ ਜਿਹੜਾ ਅੰਦਰੋਂ ਜਾਣੇ ਇਸ ਨੂੰ, ਇਹ ਬਾਣੀ ਜੋ ਜਿਉਂ ਜਾਣੇ ਤਿਸ ਅੰਤਰ ਰਵੈ ਹਰ ਨਾਮਾ, ਉਸ ਦੇ ਅੰਦਰ ਪ੍ਰਮਾਤਮਾ ਦਾ ਨਾਮ ਉਹਦੇ ਅੰਦਰ ਵਸਦਾ ਹੈ। ਅੰਦਰ ਵੀ ਜਿਸ ਮਨੁੱਖ ਦੇ ਅੰਦਰ ਇਹ ਜਿਉਂ ਤੋਂ ਜਿਸਨੇ ਇਸ ਬਾਣੀ ਨੂੰ ਜਾਣ ਲਿਆ ਹੈ। ਸਤਿਗੁਰੂ ਸਮਝਾਉਂਦੇ ਨੇ ਇਹਨਾਂ ਪੂਰੇ ਸ਼ਲੋਕਾਂ ਦਾ ਜੋ ਭਾਵ ਅਰਥ ਇਹੀ ਹੈ ਕਿ ਭਾਈ ਇਸ ਸੰਸਾਰ ਦੇ ਅੰਦਰ ਜੇ ਕੁਝ ਹਮੇਸ਼ਾ ਰਹਿਣ ਵਾਲਾ ਹੈ ਤੇ ਉਹ ਪ੍ਰਮਾਤਮਾ, ਜੇ ਕੋਈ ਇੱਥੇ ਹਮੇਸ਼ਾ ਰਹੇਗਾ ਆਤਮਿਕ ਤੌਰ ਤੇ ਉਹ ਹਮੇਸ਼ਾ ਰਹਿਣਗੇ ਜਿਹੜੇ ਉਸ ਪਰਮਾਤਮਾ ਨੂੰ ਜਪਦੇ ਨੇ। ਸਰੀਰਕ ਤੌਰ ਤੇ ਇਸ ਸੰਸਾਰ ਅੰਦਰ ਕੋਈ ਵੀ ਨਹੀਂ ਰਹੇਗਾ। ਜਿਵੇਂ ਸਤਿਗੁਰੂ ਨੇ ਜ਼ਿਕਰ ਕੀਤਾ ਕਿ ਰਾਮ ਜੀ ਵੀ ਗਏ ਤੇ ਰਾਵਣ ਵੀ ਗਿਆ, ਗੁਰੂ ਨਾਨਕ ਸਾਹਿਬ ਵੀ ਗਏ ਤੇ ਬਾਬਰ ਵੀ ਗਿਆ, ਰਿਹਾ ਕੋਈ ਵੀ ਨਹੀਂ, ਪਰ ਉਹਨਾਂ ਦੇ ਮਰਨ ਅੰਦਰ ਫਰਕ ਹੈ। ਰਾਵਣ ਗਿਆ ਤੇ ਉਸ ਨੂੰ ਲੋਕ ਫਟਕਾਰਾਂ ਅੱਜ ਵੀ ਪਾ ਰਹੇ ਨੇ, ਅੱਜ ਵੀ ਉਹਨੂੰ ਸਾੜਿਆ ਜਾਂਦਾ ਹੈ, ਤੇ ਰਾਮ ਜੀ ਗਏ ਤੇ ਲੋਕੀ ਅੱਜ ਵੀ ਉਹਨਾਂ ਦੀ ਪੂਜਾ ਕਰਦੇ ਨੇ। ਇਸ ਲਈ ਜਿਹੜੇ ਆਤਮਿਕ ਤੌਰ ਤੇ ਜੀ ਪੈਂਦੇ ਨੇ ਉਹ ਕਦੇ ਮਰਦੇ ਨਹੀਂ, ਤੇ ਜਿਹੜੇ ਬੰਦੇ ਆਤਮਿਕ ਤੌਰ ਤੇ ਮਰ ਜਾਂਦੇ ਨੇ ਉਹ ਕਦੇ ਜਿਉਂਦੇ ਨਹੀਂ।
ਬਿਲਕੁਲ ਠੀਕ ਹੈ। ਜਿਹੜੇ ਆਤਮਿਕ ਤੌਰ ਤੇ ਮਰ ਗਏ ਉਹ ਕਦੀ ਨਹੀਂ ਜਿਉਂਦੇ, ਅਤੇ ਇਸ ਜੀਵਨ ਦੇ ਵਿੱਚ ਜਿਹੜਾ ਸਾਨੂੰ ਇਹ ਅਵਸਰ ਮਿਲਿਆ ਹੈ, ਇਸ ਦਾ ਸਭ ਤੋਂ ਵੱਧ ਬੈਨੀਫਿਟ ਅਸੀਂ ਤਦ ਹੀ ਲੈ ਸਕਦੇ ਹਾਂ ਜੇਕਰ ਅਸੀਂ ਉਸ ਗੁਰੂ ਦੇ ਸਿਧਾਂਤ ਨੂੰ ਸਮਝ ਸਕੀਏ। ਜੀ ਬਿਲਕੁਲ, ਤੁਹਾਡਾ ਬਹੁਤ ਬਹੁਤ ਮੈਂ ਧੰਨਵਾਦੀ ਹਾਂ ਕਿ ਤੁਸੀਂ ਇਹ ਸਮਾਂ ਬਖਸ਼ਿਆ ਇਸ ਪ੍ਰੋਗਰਾਮ ਤੇ, ਅਤੇ ਇਹ ਬੜਾ ਪਿਆਰ ਦਿੱਤਾ ਹੈ ਤੁਸੀਂ, ਬਹੁਤ ਪਿਆਰ ਵਿਖਾਇਆ ਆਪ ਦੀ ਪੂਰੀ ਟੀਮ ਨੇ। ਇਹ ਹਰਪ੍ਰੀਤ ਸ਼ੋਅ ਦੇ ਜਿੰਨੇ ਵੀ ਇਸ ਨਾਲ ਦਰਸ਼ਕ ਜੁੜੇ ਹੋਏ ਨੇ, ਜਿੰਨੇ ਵੀ ਸੰਬੰਧਕ ਨੇ, ਸਾਰਿਆਂ ਦਾ ਮੈਂ ਬਹੁਤ ਤਹਿ ਦਿਲ ਤੋਂ ਧੰਨਵਾਦੀ ਹਾਂ। ਤੇ ਧੰਨਵਾਦ ਗੁਰੂ ਸਾਹਿਬ ਜੀ ਦਾ ਜਿਨ੍ਹਾਂ ਨੇ ਰਹਿਮਤ ਕਰਕੇ ਆਪਣੀ ਬਾਣੀ ਦੇ ਵਿਚਾਰ ਆਪ ਕਰਵਾਏ। ਬਲਜੀਤ ਸਿੰਘ ਜੀ, ਤੁਹਾਡਾ ਵੀ ਬਹੁਤ ਬਹੁਤ ਧੰਨਵਾਦ ਕਿ ਸਮਾਂ ਕੱਢ ਕੇ ਤੁਸੀਂ ਇੱਥੇ ਆਉਂਦੇ ਰਹੇ, ਤੇ ਅਸੀਂ ਜਿੰਨਾ ਵੀ ਸ਼ਾਰਟ ਟਾਈਮ ਹੁੰਦਾ ਉਸ ਦੇ ਵਿੱਚ ਤੁਸੀਂ ਆ ਕੇ ਸਾਡੇ ਨਾਲ ਸਹਿਯੋਗ ਦਿੱਤਾ। ਆਸ ਕਰਦੇ ਹਾਂ ਕਿ ਇਸੇ ਤਰੀਕੇ ਨਾਲ, ਕਿਉਂਕਿ ਮਕਸਦ ਇਹ ਹੈ ਕਿ ਗੁਰੂ ਦੇ ਸਿਧਾਂਤ ਨਾਲ ਅਸੀਂ ਜੁੜ ਸਕੀਏ, ਕਿਉਂਕਿ ਤੁਸੀਂ ਉਸ ਪ੍ਰਚਾਰਕ ਸ਼੍ਰੇਣੀ ਨਾਲ ਜੁੜੇ ਹੋਏ ਹੋ, ਰੋਜ਼ਮਰਾ ਤੁਸੀਂ ਆਪਣੇ ਜੀਵਨ ਦੇ ਵਿੱਚੋਂ ਸਮਾਂ ਕੱਢ ਕੇ ਸੰਗਤਾਂ ਨਾਲ ਸਾਂਝ ਪਾਉਂਦੇ ਹੋ। ਤੇ ਅਸਲ ਮਕਸਦ ਤਾਂ ਇਹੀ ਹੁੰਦਾ ਹੈ ਕਿ ਕਿਉਂਕਿ ਤੁਹਾਡੇ ਕੋਲੋਂ ਨੌਲੇਜ ਹੈ, ਪਰ ਉਹ ਸਹੀ ਤਰੀਕੇ ਨਾਲ ਸੰਗਤਾਂ ਤੱਕ ਪਹੁੰਚੇ। ਕਿਉਂਕਿ ਅੱਜ ਇੱਕ ਹੋਰ ਬਹੁਤ ਵੱਡੀ ਜਿਹੜੀ ਸਮੱਸਿਆ ਆ ਰਹੀ ਹੈ ਕਿ ਗੁਰੂ ਕੇ ਵਜ਼ੀਰ ਜਿਹੜੇ ਤੁਸੀਂ ਹੋ, ਤੁਹਾਡਾ ਤਾਂ ਫਰਜ਼ ਸੀ ਕਿ ਤੁਸੀਂ ਸਹੀ, ਸਪਸ਼ਟ, ਈਜ਼ੀ ਤਰੀਕੇ ਨਾਲ ਲੋਕਾਂ ਨੂੰ ਦੱਸਦੇ, ਭੰਬਲ ਭੂਸੇ 'ਚ ਨਾ ਪਾਉਂਦੇ। ਪਰ ਅੱਜ ਬਹੁਤ ਸਾਰੇ ਤੁਹਾਡੇ ਸ਼੍ਰੇਣੀ ਵਿੱਚੋਂ ਜਿਹੜੇ ਲੋਕ ਨੇ, ਲੋਕਾਂ ਨੂੰ ਬਜਾਏ ਕਿ ਕਲੈਰਿਟੀ ਦਿੰਦੇ, ਉਹਨਾਂ ਨੂੰ ਹੋਰ ਕਨਫਿਊਜ਼ਨ ਵਿੱਚ ਪਾਉਂਦੇ। ਸੋ ਤੁਹਾਡੇ ਅਸੀਂ ਬਹੁਤ ਧੰਨਵਾਦੀ ਹਾਂ, ਤੇ ਵਾਹਿਗੁਰੂ ਕਿਰਪਾ ਕਰੇ ਆਉਣ ਵਾਲੇ ਸਮੇਂ ਵਿੱਚ ਹੋਰ ਵੀ ਬਾਣੀਆਂ ਜਿਹੜੀਆਂ ਨੇ ਉਹਨਾਂ ਨੂੰ ਇਸੇ ਤਰੀਕੇ ਨਾਲ ਉਹਦੀ ਐਕਸਪਲੇਨੇਸ਼ਨ ਲੈ ਕੇ ਆਵਾਂਗੇ। ਤੁਹਾਡਾ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੋ ਇਸ ਦੇ ਨਾਲ ਹੀ ਕਰਦੇ ਹਾਂ ਜੀ ਅੱਜ ਦੇ ਇਸ ਪ੍ਰੋਗਰਾਮ ਦੀ ਸਮਾਪਤੀ। ਦੇ ਨਾਲ ਹੀ ਇਹ ਜਿਹੜੀ ਸੀਰੀਜ਼ ਅਸੀਂ ਸ਼ੁਰੂ ਕੀਤੀ ਸੀ 9ਵੇਂ ਮਹੱਲੇ ਦੇ ਸ਼ਲੋਕ ਦੀ, ਭਾਈ ਸਾਹਿਬ ਭਾਈ ਬਲਜੀਤ ਸਿੰਘ ਤਲਵੰਡ ਸਾਡੇ ਕੋਲ ਇੱਥੇ ਆ ਕੇ ਪਿਛਲੇ ਲੰਮੇ ਸਮੇਂ ਤੋਂ ਸਾਂਝ ਪਾਉਂਦੇ ਆ ਰਹੇ ਨੇ। ਪਿਛਲੇ 2-3 ਮਹੀਨੇ ਤੋਂ ਜੋ ਇਹ ਸਾਥ ਪਾਇਆ ਤੇ ਤੁਹਾਡੇ ਵੱਲੋਂ ਜੋ ਸਹਿਯੋਗ ਮਿਲਿਆ, ਉਸ ਲਈ ਤੁਹਾਡੇ ਧੰਨਵਾਦੀ ਦੇ ਨਾਲ ਭਾਈ ਸਾਹਿਬ ਦੇ ਵੀ। ਤੇ ਆਉਣ ਵਾਲੇ ਸਮੇਂ ਵਿੱਚ ਵੀ ਇਹੀ ਕੋਸ਼ਿਸ਼ ਕਰਾਂਗੇ ਕਿ ਬੜੇ ਸਿੰਪਲ ਵਰਡਸ ਦੇ ਵਿੱਚ ਤੁਹਾਡੇ ਨਾਲ ਗੁਰਬਾਣੀ ਜੋ ਹੈ ਉਸ ਨੂੰ ਅਸੀਂ ਸ਼ੇਅਰ ਕਰ ਸਕੀਏ। ਸੋ ਧੰਨਵਾਦ ਸਭ ਦਾ। ਜੇਕਰ ਤੁਹਾਡੀ ਕੋਈ ਫੀਡਬੈਕ ਦੇਣੀ ਹੋਵੇ ਤਾਂ ਸਾਡੇ ਨਾਲ 604 603 7555 ਜਾਂ ਫਿਰ ਈਮੇਲ ਰਾਹੀਂ ਸੰਪਰਕ ਕਰਨਾ harpreetsingh@gmail.com। ਫਿਰ ਮੁਲਾਕਾਤ ਕਰਾਂਗੇ, ਤਦ ਤੱਕ ਗੁੱਡ ਬਾਏ।